ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੱਦੀ ਤੇ ਸੁਭਾਈ ਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਪ ਸਰਬੱਤ ਸੰਗਤਾਂ ਵੱਡ ਭਾਗੇ ਬਣੇ ਹੋ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜਿਸ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਅੱਜ ਦੇ ਪਾਵਨ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ 677 ਤੇ 678 ਅੰਗ ਦੇ ਉੱਪਰ ਸੁਭਾਈਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰਹਿਮਤ ਕਰਦੇ ਨੇ। ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ। ਸਤਿਗੁਰੂ ਜੀ ਕਿਰਪਾ ਕਰਦੇ ਕਿ ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ, ਜਿਸ ਪਾਸੇ ਵੀ ਦੇਖਦਾ ਹਾਂ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਆਕਾਸੀ ਪਾਤਾਲੀ, ਕੁਦਰਤ ਸਗਲ ਆਕਾਰ। ਜਿਹੜੇ ਪਾਸੇ ਵੀ ਮੈਂ ਦੇਖਦਾ ਮੈਨੂੰ ਉਸੇ ਪਾਸੇ ਹੀ ਉਹ ਪਰਮਾਤਮਾ ਜਿਹੜਾ ਹੈ ਉਹ ਨਜ਼ਰੀ ਪੈਂਦਾ ਹੈ। ਜਹ ਜਹ ਪੇਖੋਂ, ਜਿੱਥੇ ਵੀ ਵੇਖਾਂ, ਤਾਹ ਹਜੂਰ, ਉੱਥੇ ਹੀ ਉਹ ਹਾਜ਼ਰ ਨਾਜ਼ਰ ਹੈ। ਤੇ ਭਗਤਾਂ ਨੇ ਵੀ ਗੁਰਬਾਣੀ ਦੇ ਅੰਦਰ ਇਹ ਪਾਵਨ ਬੋਲ ਕਹੇ, ਜਬ ਦੇਖਾਂ ਤਬ ਗਾਵਾਂ, ਤਉ ਗਾਵੇ ਕਾ ਫਲ ਪਾਵਾਂ, ਕਿ ਅਸੀਂ ਉਹਨੂੰ ਵੇਖ ਕੇ ਗਾ ਰਹੇ ਹਾਂ। ਹੁਣ ਉਹਨਾਂ ਦੇ ਗਾਉਣ ਵਿੱਚ ਤੇ ਸਾਡੇ ਗਾਉਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਰੱਬ ਨੂੰ ਦੇਖ ਕੇ ਰੱਬ ਦੇ ਵਿੱਚ ਜਿਹੜੇ ਗੁਣ ਹੈ ਉਹਨਾਂ ਗੁਣਾਂ ਨੂੰ ਗਾ ਰਹੇ ਹੈ ਕਿ ਰੱਬ ਦੇ ਵਿੱਚ ਆਹ ਗੁਣ ਹੈ ਤੇ ਰੱਬ ਇੱਦਾਂ ਦਾ ਹੈ। ਅਸੀਂ ਅੱਖਾਂ ਬੰਦ ਕਰਕੇ ਪੁਜਾਰੀ ਦੇ ਬਣਾਏ ਹੋਏ ਰੱਬ ਦੀ ਪੂਜਾ ਕਰ ਰਹੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ, ਜਦੋਂ ਮੈਂ ਗੁਣਾ ਕਰਕੇ ਦੇਖਦਾ ਤੇ ਉਹ ਰੱਬੀ ਗੁਣ ਹਰ ਜਗ੍ਹਾ ਤੇ ਭਰਪੂਰ ਨੇ। ਤੇ ਜਦੋਂ ਉਹਨਾਂ ਰੱਬੀ ਗੁਣਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਤੇ ਉਹ ਮੈਨੂੰ ਰੱਬ ਹਰ ਜਗ੍ਹਾ ਤੇ ਜਿਹੜਾ ਨਜ਼ਰੀ ਪੈਂਦਾ ਹੈ, ਹਰ ਜਗ੍ਹਾ ਤੇ ਮੈਂ ਉਸ ਰੱਬ ਨੂੰ ਦੇਖਦਾ। ਇਕੱਲਾ ਕਿਹਾ ਨਹੀਂ, ਜ਼ਿੰਦਗੀ ਦੇ ਅੰਦਰ ਉਹ ਚੀਜ਼ਾਂ ਪ੍ਰੈਕਟੀਕਲ ਕਰਕੇ ਦਿਖਾਈਆਂ ਵੀ। ਜਿਸ ਦਿਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਈਮਾਨ ਹੁੰਦੇ ਹੈ, ਗੁਰਸਿੱਖ ਭਾਵਨਾ ਤੇ ਸ਼ਰਧਾ ਦੇ ਨਾਲ ਇੱਕ ਪਲੰਘ ਦੇ ਉੱਪਰ ਗੁਰੂ ਸਾਹਿਬ ਦਾ ਆਸਣ ਲਾਉਂਦੇ ਹੈ। ਉਸ ਪਲੰਘ ਦੇ ਉੱਪਰ ਸੋਹਣੇ ਗਲੀਚੇ, ਉਸ ਪਲੰਘ ਦੇ ਉੱਪਰ ਸੁੰਦਰ ਚਾਦਰਾਂ, ਸੋਹਣੇ ਵਿਛਾਉਣੇ ਵਿਛਾਏ ਹੈ। ਤੇ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਸੀਸ ਦੇ ਉੱਪਰ ਚੌਰ ਵੀ ਚਲਾਉਂਦੇ ਹੈ। ਗੁਰਸਿੱਖ ਭਾਵਨਾ ਦੇ ਨਾਲ, ਪਿਆਰ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਚਰਨ ਵੀ ਠੰਡੇ ਜਲ ਨਾਲ ਧੋਂਦੇ ਹੈ। ਯਾਦ ਰੱਖਿਓ, ਗੁਰਤਾ ਗੱਦੀ ਤੇ ਵੀ ਬੈਠ ਕੇ ਕੋਈ ਹੰਕਾਰ ਨਹੀਂ, ਕੋਈ ਮਾਨ ਨਹੀਂ। ਪਰ ਜਿਸ ਦਿਨ ਗੁਰਤਾ ਗੱਦੀ ਉਹ ਮਖਮੜੀ ਵਿਛਾਉਣਿਆਂ ਦੀ ਜਗ੍ਹਾ ਤੇ ਤੱਤੀ ਤਵੀ ਬਣ ਗਈ, ਚੌਰ ਸਾਹਿਬ ਦੀ ਜਗ੍ਹਾ ਦੇ ਉੱਪਰ ਗਰਮ ਰੇਤਾ ਦਾ ਕੜਛਾ ਬਣ ਗਿਆ, ਠੰਡੇ ਜਲ ਦੀ ਜਗ੍ਹਾ ਤੇ ਉਬਲਦੀ ਹੋਈ ਦੇਗ ਆ ਗਈ। ਉਸ ਦਿਨ ਵੀ, ਜਿਸ ਦਿਨ ਗੁਰਤਾ ਗੱਦੀ ਤੇ ਬੈਠੇ ਸੀ, ਉਸ ਦਿਨ ਵੀ ਰੱਬ ਦੇ ਗੀਤ ਸਨ। ਤੇ ਜਿਸ ਦਿਨ ਉਹ ਗੁਰਤਾ ਗੱਦੀ ਮਖਮੜੀ ਵਿਛਾਉਣੇ ਗਰਮ ਤੱਤੀ ਤਵੀ ਬਣਦੀ ਹੈ, ਚੌਰ ਸਾਹਿਬ ਜਿਹੜਾ ਵਾ ਉਹ ਗਰਮ ਕੜਛਾ ਜਾਂ ਰੇਤਾ ਦਾ ਕੜਛਾ ਬਣਦਾ ਏ, ਠੰਡਾ ਜਲ ਜਿਹੜਾ ਏ ਉਹ ਅੱਜ ਉਬਲਦੀ ਦੇਗ ਬਣਦੀ ਹੈ। ਤੇ ਸ਼ਾਇਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਉੱਪਰ ਗਰਮ ਰੇਤਾ ਪਾਉਣ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਣ ਵਾਲੇ
ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾਉਣ ਵਾਲੇ ਸੋਚਦੇ ਹੋਣਗੇ ਜਿਵੇਂ ਸਾਡਾ ਅੰਦਰ ਸੜਦਾ ਏ, ਗੁਰੂ ਅਰਜਨ ਸਾਹਿਬ ਦਾ ਵੀ ਅੰਦਰ ਹੁਣ ਇਸੇ ਤਰ੍ਹਾਂ ਸੜੇਗਾ। ਪਰ ਇੱਥੇ ਕਮਾਲ ਦੀ ਗੱਲ ਹੈ ਕਿ ਸਾਈਂ ਮੀਆਂ ਮੀਰ ਜਿਹੜਾ ਰੱਬ ਦੇ ਖੁਦਾ ਦੇ ਨਾਂ ਦੇ ਵਿੱਚ ਭਿੱਜਾ ਹੋਇਆ ਏ, ਉਹ ਵੀ ਵੇਖ ਕੇ ਉਹਦੇ ਵੀ ਅੰਦਰ ਨੂੰ ਅੱਗ ਲੱਗ ਗਈ। ਉਹ ਵੀ ਆ ਕੇ ਧਾਹਾਂ ਮਾਰ ਕੇ ਰੋਇਆ। ਉਹਨੇ ਵੀ ਕਿਹਾ, ਗੁਰੂ ਅਰਜਨ ਸਾਹਿਬ, ਇਹ ਤੁਹਾਨੂੰ ਜਿਹੜੇ ਤਸੀਹੇ ਦਿੱਤੇ ਜਾ ਰਹੇ ਨੇ, ਅਸੀਂ ਇਹ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ। ਜਿਨ੍ਹਾਂ ਨੇ ਤਸੀਹੇ ਦਿੱਤੇ ਹੈ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਸਤਿਆਨਾਸ਼ ਹੋ ਜਾਵੇ, ਉਹ ਬਰਬਾਦ ਹੋ ਜਾਣ, ਉਹਨਾਂ ਦੀ ਇੱਟ ਨਾਲ ਇੱਟ ਖੜਕ ਜਾਵੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਸਾਈਂ ਜੀ, ਜਿਹੜੇ ਰੱਬ ਦੇ ਭਗਤ ਹੁੰਦੇ ਆ ਕਦੇ ਗਰਮ ਨਹੀਂ ਹੁੰਦੇ। ਜਿਹੜੇ ਰੱਬ ਦੇ ਭਗਤ ਹੁੰਦੇ ਉਹਨਾਂ ਦੇ ਅੰਦਰ ਕਦੇ ਕ੍ਰੋਧ ਦੀ ਜਵਾਲਾ ਨਹੀਂ ਜਿਹੜੀ ਬਲਦੀ। ਜਿਹੜੇ ਖੁਦਾ ਤੇ ਵਿਸ਼ਵਾਸ ਕਰਨ ਵਾਲੇ ਹੁੰਦੇ ਨੇ ਸਾਈਂ ਜੀ, ਉਹਨਾਂ ਦੇ ਅੰਦਰ ਇਸ ਤਰ੍ਹਾਂ ਸੜਦੇ ਨਹੀਂ। ਤੇ ਸਾਈਂ ਮੀਆਂ ਮੀਰ ਨੇ ਕਿਹਾ, ਦਾਤਾ, ਆ ਜਿਹੜੀ ਲਾਲ ਰੰਗ ਵਰਗੀ ਲੋਹ ਹੋਈ ਪਈ ਹੈ ਅੱਗ ਦੇ ਨਾਲ, ਦੁਸ਼ਮਣ ਦੇ ਨੇ ਜਿਹੜੀ ਉਹ ਲੋਹ ਨੂੰ ਗਰਮ ਕੀਤਾ ਏ, ਗਰਮ ਰੇਤਾ ਜਿਹੜੀ ਤੇਰੇ ਪਿੰਡੇ ਤੇ ਸਿਰ ਤੇ ਪੈ ਰਹੀ ਹੈ, ਦਾਤਾ ਜੀ, ਇਹ ਮੇਰੇ ਤੋਂ ਬਰਦਾਸ਼ਤ ਤੋਂ ਬਾਹਰ ਦਾ ਕੰਮ ਹੈ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਹਰਿ ਕਾ ਨਾਮ ਰਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਈਂ ਜੀ, ਜੇ ਰੱਬ ਮਖਮਲੀ ਗੱਦੀਆਂ ਤੇ ਬਿਠਾਉਂਦਾ ਹੈ ਤੇ ਉਦੋਂ ਵੀ ਖੁਸ਼ ਹੈ। ਜੇ ਅੱਜ ਪ੍ਰਮਾਤਮਾ ਨੇ ਤਤੀ ਤਵੀ ਤੇ ਬਿਠਾੜਿਆ ਤੇ ਅੰਦਰ ਉਹੀ ਆਨੰਦ ਹੈ। ਚਾਰੋਂ ਤਰਫ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ, ਪੀਰ ਮੀਆਂ ਮੀਰ ਡਿੱਠਾ ਜਾਂ ਹਾਲ ਅਜਬ ਜਾਰਦਾ, ਹੋ ਵਿਆਕੁਲ ਰੋ ਪਿਆ ਚੀਖੇ ਤੇ ਤਾਹੀਂ ਮਾਰਦਾ, ਤੱਕ ਕਿਹਾ ਸਤਿਗੁਰ ਪੀਰ ਮੀਆਂ ਮੀਰ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। ਕਹਿ ਲੱਗੇ, ਸਾਈਂ ਜੀ, ਰੱਬ ਦੇ ਗੁਣ ਹੈ, ਰੱਬ ਕਦੇ ਗਰਮ ਨਹੀਂ ਹੁੰਦਾ, ਰੱਬ ਕਦੇ ਈਰਖਾ ਨਹੀਂ ਕਰਦਾ, ਰੱਬ ਕਦੇ ਕ੍ਰੋਧ ਵਿੱਚ ਨਹੀਂ ਆਉਂਦਾ, ਰੱਬ ਸ਼ਾਂਤ ਰਹਿੰਦਾ ਹੈ। ਇਸ ਕਰਕੇ ਰੱਬੀ ਗੁਣ ਸਾਡੇ ਵਿੱਚ ਮੌਜੂਦ ਨੇ, ਅਸੀਂ ਉਹਦੇ ਭਾਣੇ ਦੇ ਵਿੱਚ ਬਿਲਕੁਲ ਸ਼ਾਂਤ ਹੈ। ਤੁਸੀਂ ਵੀ ਸ਼ਾਂਤ ਹੋ ਜਾਓ। ਕੱਲਾ ਕਿਆ ਨਹੀਂ ਕਿ ਜਹ ਜਹ ਪੇਖੋਂ ਤਹੇ ਹਜੂਰ। ਅਸੀਂ ਤੇ ਜਿੱਥੇ ਕਿਤੇ 4 ਪੈਸੇ ਆਉਣੇ ਹੁਣ, ਅਸੀਂ ਕਹਿੰਦੇ ਰੱਬ ਬੜਾ ਖੁਸ਼ ਹੈ। ਕਿਤੇ ਬੰਦੇ ਦਾ ਸਮਾਂ ਕੋਈ ਵਧੀਆ ਲੰਘ ਜਾਵੇ, ਕਹਿੰਦਾ ਅੱਜ ਰੱਬ ਬੜਾ ਖੁਸ਼ ਹੈ। ਤੇ ਜਿਸ ਦਿਨ ਕੋਈ ਕਮਾਈ ਘਟ ਜਾਵੇ, ਕਾਰੋਬਾਰ ਵਿੱਚ ਘਾਟਾ ਪੈ ਜਾਵੇ, ਕੋਈ ਸਰੀਰ ਨੂੰ ਕਸ਼ਟ ਆ ਜਾਵੇ, ਕੋਈ ਮਨ ਦੀ ਕੋਈ ਖੁਸ਼ੀ ਦਾ ਕਾਰਨ ਹੋਵੇ, ਉਹ ਗਮੀ ਦੇ ਵਿੱਚ ਬਦਲ ਜਾਵੇ, ਬੰਦਾ ਕਹਿੰਦਾ ਰੱਬ ਨੇ ਤੇ ਸਾਡੇ ਨਾਲ ਵੈਰ ਕੱਢਿਆ ਅੱਜ, ਰੱਬ ਨੇ ਤੇ ਸਾਡੇ ਨਾਲ ਧੱਕਾ ਕਰ ਦਿੱਤਾ ਅੱਜ, ਰੱਬ ਨੇ ਸਾਡੇ ਨਾਲ ਅੱਜ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢੀ ਹੈ। ਪਰ ਕਮਾਲ ਦੀ ਗੱਲ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਖਮਲੀ ਗੱਦੀ ਦੇ ਉੱਪਰ ਵੀ ਰੱਬ ਦੇ ਗੀਤ ਹੈ ਤੇ ਤਤੀ ਤਵੀ ਦੇ ਉੱਪਰ ਵੀ ਰੱਬ ਦੇ ਗੀਤ ਹੈ। ਜੇ ਸਿਰ ਤੇ ਚੌਰ ਚੱਲਦਾ ਹੈ ਤੇ ਤਾਂ ਵੀ ਰੱਬ ਦੇ ਗੀਤ, ਜੇ ਸਿਰ ਦੇ ਉੱਪਰ ਗਰਮ ਕੜਛੇ ਦੇ ਨਾਲ ਰੇਤਾ ਪੈ ਰਿਹਾ ਹੈ ਤੇ ਤਾਂ ਵੀ ਰੱਬ ਦੇ ਗੀਤ ਹੈ। ਜੇ ਕਿਆ ਹੈ ਕਿ ਜਹ ਜਹ ਪੇਖੋਂ ਤਹੇ ਹਜੂਰ, ਗਰਮ ਰੇਤਾ ਪਾਉਣ ਵਾਲੇ ਦੇ ਅੰਦਰ ਵੀ ਤੂੰ ਹੈ ਤੇ ਜਿਹੜਾ ਚੌਰ ਕਰਨ ਵਾਲਾ ਉਹਦੇ ਅੰਦਰ ਵੀ ਤੂੰ ਹੀ ਵਰਤਦਾ ਹੈ। ਜੇ ਅੱਜ ਤਤੀ ਤਵੀ ਦੇ ਥੱਲੇ ਅੱਗ ਬਾਲਣ ਵਾਲਾ ਜਿਹੜਾ ਹੈ ਉਹਦੇ ਵਿੱਚ ਵੀ ਤੂੰ ਵਰਤਦਾ ਹੈ, ਤੇ ਜਿਹੜਾ ਮਖਮੜੀ ਗੱਦੀਆਂ ਦੇ ਵਿਛਾਉਣੇ ਕਰ ਰਿਹਾ ਸੀ ਉਹਦੇ ਅੰਦਰ ਵੀ ਤੂੰ ਹੀ ਵਰਤਦਾ ਹੈ। ਜਿਵੇਂ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦੀ ਗੱਲ, ਕਿ ਇੱਕ ਗੁਰਸਿੱਖ ਬੜਾ ਪਿਆਰਾ, ਜਿਹਦੇ ਨਾਲ ਸਤਿਗੁਰ ਪਾਤਸ਼ਾਹ ਮਹਾਰਾਜ ਬੜਾ ਪਿਆਰ ਕਰਦੇ, ਭਾਈ ਮਾਲਾ ਸਿੰਘ ਮਹਾਰਾਜ ਹਰ ਕੰਮ ਉਹਨੂੰ ਕਹਿੰਦੇ ਹੈ, ਹਰ ਗੱਲ ਉਹਦੇ ਨਾਲ ਸਾਂਝੀ ਕਰਦੇ ਹੈ। ਤੇ ਜਿਹੜੇ ਉੱਥੇ ਰਹਿਣ ਵਾਲੇ ਸੀ ਨਾ 24 ਘੰਟੇ ਮਹਾਰਾਜ ਦੇ ਨੇੜੇ, ਜਿਹੜੇ ਕਹਿੰਦੇ ਸੀ ਅਸੀਂ ਬੜੇ ਨੇੜੇ ਹਾਂ, ਉਹਨਾਂ ਕਿਹਾ ਕੱਲ੍ਹ ਅਜੇ ਆਇਆ ਏ, ਅੱਜ ਇੱਥੋਂ ਦਾ ਪ੍ਰਧਾਨ ਬਣ ਕੇ ਬਹਿ ਗਿਆ ਏ।
ਜਿਹੜੀ ਗੱਲ ਹੁੰਦੀ ਮਹਾਰਾਜ ਇਹਨੂੰ ਬੁਲਾਉਂਦੇ ਆ, ਜਿਹੜਾ ਕੰਮ ਹੁੰਦਾ ਭਾਈ ਮਾਲਾ ਸਿੰਘ ਨੂੰ ਕਹਿੰਦੇ ਆ। ਕਹਿੰਦੇ ਕੀ ਕਰੀਏ, ਕਹਿੰਦੇ ਇਹਦੀ ਤੌਣੀ ਲਾਈਏ ਇੱਕ ਵਾਰੀ, ਪਹਿਲੀ ਗੱਲ ਤੇ ਇਹਨੂੰ ਮਾਰ ਦਈਏ ਆਪਾਂ। ਉਹਨਾਂ ਨੇ ਸ਼ਾਮ ਦਾ ਵਕਤ ਭਾਈ ਮਾਲਾ ਸਿੰਘ ਨੂੰ ਬੁਲਾ ਕੇ ਬਾਹਰ ਲੈ ਗਏ। ਭਾਈ ਮਾਲਾ ਸਿੰਘ ਦੇ ਮੂੰਹ ਦੇ ਉੱਪਰ ਕੱਪੜਾ ਪਾ ਕੇ ਇੰਨਾ ਕੁੱਟਿਆ ਮਾਰਿਆ, ਆਪਣੇ ਵੱਲੋਂ ਮਾਰ ਕੇ ਸੁੱਟ ਗਏ। ਕੁਝ ਗੁਰਸਿੱਖਾਂ ਨੇ ਦੇਖਿਆ, ਉਹਨਾਂ ਨੇ ਉਹਨੂੰ ਸੰਭਾਲਿਆ, ਥੋੜ੍ਹੀ ਹੋਸ਼ ਆਈ, ਜਲ ਪਾਣੀ ਮੂੰਹ ਦੇ ਵਿੱਚ ਪਾਇਆ, ਮਹਾਰਾਜ ਸਾਹਿਬ ਨੂੰ ਖਬਰ ਦਿੱਤੀ। ਸਵੇਰ ਵੇਲੇ ਮਹਾਰਾਜ ਸਾਹਿਬ ਆਏ। ਮਾਲਾ ਸਿੰਘ ਕੌਣ ਸੀ ਜਿਨ੍ਹਾਂ ਨੇ ਤੈਨੂੰ ਮਾਰਿਆ? ਕਹਿੰਦਾ ਮਹਾਰਾਜ ਤੇਰੇ ਵਰਗਾ ਹੀ ਚੋਲਾ ਸੀ ਉਹਨਾਂ ਦਾ, ਤੇਰੇ ਵਰਗੀਆਂ ਦਸਤਾਰਾਂ ਸੀ, ਤੇਰੇ ਵਰਗੀ ਉਹਨਾਂ ਦੇ ਦਾੜੇ ਸੀ, ਤੇਰੇ ਵਰਗਾ ਹੀ ਰੂਪ ਸੀ ਉਹਨਾਂ ਦਾ। ਮਾਰਨ ਵਾਲਾ ਕੋਈ ਹੋਰ ਨਹੀਂ ਹੋ ਸਕਦਾ। ਮੇਰੇ ਕੋਈ ਕਿਸੇ ਕਰਮ ਦੀ ਜਿਹੜੀ ਉਹਨਾਂ ਨੇ ਕੋਈ ਗਲਤੀ ਵੇਖੀ ਹੋਵੇਗੀ, ਉਹਦੀ ਮੈਨੂੰ ਸਜ਼ਾ ਦਿੱਤੀ ਉਹਨਾਂ ਨੇ। ਰੂਪ ਤੇ ਤੇਰੇ ਵਰਗਾ ਹੀ ਸੀ। ਤੇ ਉਹ ਵੀ ਕੋਲ ਹੀ ਖੜੇ ਸੀ, ਸ਼ਰਮਿੰਦੇ ਹੋ ਗਏ, ਹੱਥ ਜੋੜ ਕੇ ਕਿਹਾ ਮਹਾਰਾਜ ਸਾਡੇ ਤੋਂ ਭੁੱਲ ਹੋ ਗਈ ਹੈ, ਅਸੀਂ ਈਰਖਾ ਦੇ ਵਿੱਚ ਆ ਕੇ ਇਹ ਕੁਝ ਕੀਤਾ ਹੈ। ਭਾਈ ਮਾਲਾ ਸਿੰਘ ਨੇ ਸਾਨੂੰ ਪਛਾਣ ਤੇ ਲਿਆ ਸੀ, ਪਰ ਕਮਾਲ ਦੀ ਗੱਲ ਗੁਰਸਿੱਖ ਨੇ ਸਾਡਾ ਨਾਮ ਨਹੀਂ ਲਿਆ, ਉਹਨੇ ਸਾਡੇ ਵਿੱਚ ਵੀ ਤੇਰਾ ਰੂਪ ਹੀ ਦੇਖਿਆ ਹੈ। ਇਹ ਹੈ ਅਸਲ ਦੇ ਵਿੱਚ ਉਹਨਾਂ ਦੀ ਬਿਰਤੀ ਦੀ ਗੱਲ। ਜਹ ਜਹ ਪੇਖੋਂ ਤਹਾਂ ਹਜੂਰ, ਦੂਰ ਕਤਹੂ ਨਾ ਜਾਈ। ਉਹ ਸਮਝਦੇ ਆ ਕਿ ਗੁਰੂ ਕਿਤੇ ਵੀ ਦੂਰ ਨਹੀਂ, ਸਭ ਘਟ ਮੇਰੇ ਸਾਈਆਂ, ਸੁੰਜੀ ਸੇਜ ਨਾ ਕੋਏ। ਕਹਿੰਦੇ ਉਹ ਕਿਸੇ ਵੀ ਸਰੀਰ ਤੋਂ ਬਾਹਰ ਨਹੀਂ। ਜਿਵੇਂ ਧਰਤੀ ਸਾਰੀ ਦੇ ਥੱਲੇ ਪਾਣੀ ਹੈ, ਪਰ ਬੁੱਕ ਆਪਾਂ ਕਿੱਥੇ ਕਰਦੇ ਹਾਂ? ਜਿੱਥੇ ਉਹਦੇ ਵਿੱਚੋਂ ਪਾਣੀ ਕੱਢਣ ਦਾ ਸਾਧਨ ਜਿਹੜਾ ਮੌਜੂਦ ਹੈ, ਜਿੱਥੋਂ ਪਾਣੀ ਪ੍ਰਗਟ ਹੋ ਰਿਹਾ, ਬੁੱਕ ਉੱਥੇ ਕੀਤਾ ਜਾਂਦਾ ਹੈ। ਪਤਾ ਆਪਾਂ ਨੂੰ ਵੀ ਹੈ ਵੀ ਸਾਰੀ ਧਰਤੀ ਵਿੱਚ ਪਾਣੀ ਹੈ, ਪਰ ਆਪਾਂ ਬੁੱਕ ਕਿੱਥੇ ਕਰਾਂਗੇ? ਨਲਕੇ ਦੇ ਅੱਗੇ, ਟੂਟੀ ਦੇ ਅੱਗੇ, ਜਿੱਥੋਂ ਪਤਾ ਹੈ ਪਾਣੀ ਆ ਰਿਹਾ ਹੈ। ਹੁਣ ਸਾਰੀ ਧਰਤੀ ਦੇ ਵਿੱਚ ਪਾਣੀ ਤੇ ਹੈ, ਤੇ ਆਪਾਂ ਜਿੱਥੇ ਮਰਜ਼ੀ ਬੁੱਕ ਕਰਕੇ ਬੈਠ ਜਾਈਏ ਤੇ ਬੁੱਕ ਦੇ ਵਿੱਚ ਪਾਣੀ ਨਹੀਂ ਪਵੇਗਾ। ਸਰੀਰਾਂ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਵਰਤਦੀ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹੈ ਸਾਰਿਆਂ ਦੇ ਅੰਦਰ ਹੈ, ਪਰ ਕਿਹੜੇ ਸਰੀਰਾਂ ਦੇ ਕੋਲ ਉਹ ਸੱਚ ਦਾ ਗਿਆਨ ਹੈ ਜਿਨ੍ਹਾਂ ਨੇ ਉਹਨੂੰ ਪ੍ਰਗਟ ਕਰ ਲਿਆ। ਸਭ ਘਟ ਮੇਰੇ ਸਾਈਆਂ, ਸੁੰਜੀ ਸੇਜ ਨਾ ਕੋਏ। ਬਲਹਾਰੀ ਉਸ ਘਟ ਮੈਂ ਜਾਂ ਘਟ ਪ੍ਰਗਟ ਹੋਏ। ਕਹਿੰਦੇ ਮੈਂ ਉਸ ਸਰੀਰ ਤੋਂ ਸਦਕੇ ਜਾਂਦਾ ਹੈ ਜਿਹੜੇ ਸਰੀਰ ਵਿੱਚ ਉਹ ਰੱਬੀ ਗੁਣ ਪ੍ਰਗਟ ਹੋ ਗਏ, ਜਿਨ੍ਹਾਂ ਦੇ ਵਿੱਚ ਤੂੰ ਪ੍ਰਗਟ ਹੋ ਗਿਆ, ਜਿਨ੍ਹਾਂ ਨੇ ਤੈਨੂੰ ਪ੍ਰਗਟ ਕਰ ਲਿਆ। ਹੈ ਤੇ ਸਾਡੇ ਸਾਰਿਆਂ ਦੇ ਅੰਦਰ ਹੀ ਹੈ, ਪਰ ਅਸੀਂ ਉਹਨੂੰ ਵੇਖਦੇ ਥੋੜ੍ਹਾ ਹੀ ਕਿਤੇ। ਅਸੀਂ ਤੇ ਜਦੋਂ ਗੁਰਦੁਆਰੇ ਆਉਣੇ ਕਹਿੰਦੇ ਇੱਥੇ ਰੱਬ ਹੈ, ਤੇ ਬਾਕੀ ਬਾਹਰ ਨਹੀਂ ਕਿਤੇ ਵੀ। ਆਹ ਰੱਬ ਦਾ ਘਰ ਹੈ। ਹਿੰਦੂ ਮੰਦਿਰ ਵਿੱਚ ਜਾਵੇਗਾ, ਉਹ ਮੰਦਿਰ ਨੂੰ ਸਮਝੇਗਾ ਇਹ ਰੱਬ ਦਾ ਘਰ ਹੈ। ਮੁਸਲਮਾਨ ਮਸੀਤ ਵਿੱਚ ਜਾਵੇਗਾ, ਕਹੇਗਾ ਖੁਦਾ ਦਾ ਘਰ ਹੈ। ਸਿੱਖ ਗੁਰਦੁਆਰੇ ਆਉਂਦਾ, ਕਹਿੰਦਾ ਰੱਬ ਦਾ ਘਰ ਹੈ, ਗੁਰੂ ਨਾਨਕ ਦਾ ਘਰ ਹੈ। ਈਸਾਈ ਗਿਰਜਾ ਘਰ ਵਿੱਚ ਜਾਂਦਾ, ਕਹਿੰਦਾ ਗੌਡ ਦਾ ਘਰ ਹੈ। ਪਰ ਜਿਹੜੇ ਰੱਬ ਨੇ ਘਰ ਬਣਾਏ ਸੀ, ਉਹਨਾਂ ਵਿੱਚ ਰੱਬ ਕਦੇ ਵੇਖਣ ਦਾ ਯਤਨ ਹੀ ਨਹੀਂ ਕੀਤਾ। ਜਿਹੜੇ ਸਰੀਰ ਰੱਬ ਨੇ ਪੈਦਾ ਕੀਤੇ ਸੀ, ਰੱਬ ਉਹਨਾਂ ਦੇ ਵਿੱਚ ਹੀ ਮੌਜੂਦ ਸੀ। ਜਹ ਜਹ ਪੇਖੋਂ ਤਹੇ ਹਜੂਰ। ਉਹ ਕਿਤੇ ਦੂਰ ਨਹੀਂ ਸੀ, ਬਾਹਰ ਨਹੀਂ ਸੀ, ਉਹ ਤੇਰੇ ਅੰਦਰ ਹੀ ਹੈ। ਜਹ ਜਹ ਪੇਖੋਂ ਤਹੇ ਹਜੂਰ, ਦੂਰ ਕਤਹੂ ਨਾ ਜਾਈ। ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਸਾਰਿਆਂ ਦੇ ਅੰਦਰ ਉਹ ਵਰਤਦਾ ਪਿਆ ਏ। ਇਸ ਕਰਕੇ ਐ ਮੇਰੇ ਮਨ ਉਸ ਮਾਲਕ ਨੂੰ ਧਿਆਉਣਾ ਕਰ, ਉਹਦੇ ਧਿਆਨ ਵਿੱਚ ਜੁੜ, ਸੁਰਤ ਨੂੰ ਅੰਤਰਮੁਖ ਕਰ। ਜਿਹੜੀ ਸੁਰਤ, ਜਿਹੜੀ ਬਿਰਤੀ ਤੇਰੀ ਬਾਹਰਮੁਖ ਹੈ, ਪਦਾਰਥਾਂ ਦੇ ਵਿੱਚ ਜੁੜੀ ਹੋਈ ਹੈ, ਇਹਨੂੰ ਅੰਤਰਮੁਖ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਜਦੋਂ ਅੰਤਰਮੁਖ ਬਿਰਤੀ ਨੂੰ ਕਰਕੇ ਜ਼ਬਾਨ ਦੇ ਨਾਲ ਰੱਬ ਦਾ ਨਾਮ ਸਿਮਰਨਾ ਸ਼ੁਰੂ ਕਰੇਗਾ, ਹਾਲੇ ਕੀ ਹੈ? ਜ਼ਬਾਨ ਦੇ ਨਾਲ ਰੱਬ ਦਾ ਨਾਮ ਤੇ ਜਪਦੀ, ਪਰ ਬਿਰਤੀ ਬਾਹਰ ਮੁਖੀ ਹੈ। ਬਾਹਰ ਕੀ ਹੈ? ਬਾਹਰ ਸੰਸਾਰ। ਅੰਦਰ ਕੀ ਹੈ? ਅੰਦਰ ਨਿਰੰਕਾਰ। ਜਦੋਂ ਬਿਰਤੀ ਬਾਹਰ ਵੱਲ ਹੋ ਗਈ, ਸੰਸਾਰ ਵਾਲੇ ਪਾਸੇ ਚੜੇਗੀ। ਜਦੋਂ ਬਿਰਤੀ ਅੰਤਰਮੁਖ ਹੋ ਗਈ, ਉਹ ਰੱਬ ਵਾਲੇ ਪਾਸੇ, ਨਿਰੰਕਾਰ ਵਾਲੇ ਪਾਸੇ ਹੋ ਗਈ। ਬਸ ਸਤਿਗੁਰੂ ਪਾਤਸ਼ਾਹ ਨੇ ਇਹੀ ਕਿਹਾ ਕਿ ਰੱਬ ਰਹਿਆ ਸਰਬੱਤਰ ਮੈਂ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਜਗਤ ਉਹ ਸੱਚੇ ਦਾ ਹੀ ਬਣਾਇਆ ਹੋਇਆ ਏ, ਇਹ ਜਗਤ ਉਹਦਾ ਹੀ ਇਹ ਘੜੀ ਹੋਈ ਘਾਲਣਾ ਏ। ਪਰ ਯਾਦ ਰੱਖੀ, ਉਹ ਰੱਬ ਤੇਰੇ ਅੰਦਰ ਮੌਜੂਦ ਹੈ, ਉਹਨੂੰ ਅੰਦਰ ਦੇਖਣ ਦਾ ਯਤਨ ਕਰ। ਜੈਸਾ ਘਰ ਬਾਹਰ ਫੁਨ ਤੈਸਾ, ਬੈਸ ਗੁਫਾ ਮੈਂ ਆਖੋਂ ਤੈਸ ਕੈਸਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਮੇਰ ਪਰਬਤ ਤੇ ਗਏ,
ਤੇ ਜੋਗੀ ਕਹਿੰਦੇ ਵੀ ਤੁਸੀਂ ਕਾਹਦੇ ਨਾਲ ਆਏ ਜੇ, ਕਿਹੜੀ ਤਾਕਤ ਹੈ ਤੁਹਾਡੇ ਕੋਲ? ਤੇ ਮਹਾਰਾਜ ਕਹਿੰਦੇ ਸ਼ਬਦ ਦੀ ਤਾਕਤ ਦੇ ਨਾਲ ਮੈਂ ਇੱਥੇ ਤੁਹਾਡੇ ਕੋਲ ਪਹੁੰਚਿਆ। ਤੇ ਕਹਿੰਦੇ ਮਹਾਰਾਜ ਇਹ ਸ਼ਬਦ ਜਿਹੜਾ ਏ, ਇਹ ਤੁਹਾਡਾ ਸ਼ਬਦ ਬੜਾ ਤਾਕਤ ਵਾਲਾ, ਤੁਸੀਂ ਕੋਈ ਗੁਫਾ ਬਣਾ ਕੇ ਬੈਠੋ, ਉਸ ਗੁਫਾ ਦੇ ਵਿੱਚ ਬੈਠ ਕੇ ਲੋਕ ਤੁਹਾਡੇ ਕੋਲ ਆਇਆ ਕਰਨਗੇ, ਤੁਹਾਨੂੰ ਥਾਂ ਥਾਂ ਤੇ ਜਾਣ ਦੀ ਕੀ ਲੋੜ ਹੈ? ਤੇ ਗੁਫਾ ਦੇ ਵਿੱਚ ਬੈਠ ਕੇ ਉਹ ਸ਼ਬਦ ਜਿਹੜਾ ਵਾ ਉਹ ਲੋਕਾਂ ਨੂੰ ਦਿਓ ਤੁਸੀਂ, ਨਾਲੇ ਤੁਹਾਡੀ ਪੂਜਾ ਹੋਵੇਗੀ। ਹਜ਼ੂਰ ਕਹਿਣ ਲੱਗੇ ਜੋਗੀਓ, ਇਹ ਸ਼ਬਦ ਦਾ ਜਿਹੜਾ ਲੰਗਰ ਹੈ ਅਸੀਂ ਖੁੱਲ੍ਹਾ ਵਰਤਾ ਰਹੇ ਹਾਂ। ਜਿਵੇਂ ਕਿਸੇ ਨੂੰ ਹਲਕਾ ਦਾ ਮੰਤਰ ਯਾਦ ਹੋਵੇ, ਤੇ ਜੇ ਤੇ ਕਿਸੇ ਇੱਕ ਅੱਧੇ ਨੂੰ ਹਲਕੇ ਕੁੱਤੇ ਨੇ ਵੱਢਿਆ ਹੋਵੇ ਤੇ ਉਹਦੇ ਕੰਨ ਵਿੱਚ ਮੰਤਰ ਪੜ੍ਹ ਦਿੰਦਾ ਹੈ ਤੇ ਉਹ ਠੀਕ ਹੋ ਜਾਂਦਾ ਹੈ। ਜੇ ਹਲਕਾ ਕੁੱਤਾ ਸਾਰੇ ਪਿੰਡ ਨੂੰ ਵੱਢ ਜਾਵੇ ਤੇ ਫਿਰ ਉਹ ਸਿਆਣਾ ਜਿਹੜਾ ਹਲਕਾ ਦਾ ਮੰਤਰ ਜਾਣਦਾ ਹੈ, ਉਹ ਉੱਚੀ ਜਗ੍ਹਾ ਤੇ ਖਲੋ ਕੇ ਸਾਰੇ ਪਿੰਡ ਵਾਲਿਆਂ ਨੂੰ ਸਾਹਮਣੇ ਖਿਲਾਰ ਕੇ ਉਹਨਾਂ ਨੂੰ ਉੱਚੀ ਸਾਰੀ ਮੰਤਰ ਪੜ੍ਹਾ ਕੇ ਸੁਣਾ ਦਿੰਦਾ ਹੈ। ਜਿਹੜੇ ਉਸ ਮੰਤਰ ਤੇ ਅਮਲ ਕਰ ਲੈਂਦੇ, ਉਹਨੂੰ ਚੰਗੀ ਤਰ੍ਹਾਂ ਸੁਣ ਲੈਂਦੇ, ਉਹ ਹਲਕਾ ਤੋਂ ਬਚ ਜਾਂਦੇ ਹੈ। ਜਿਹੜੇ ਉਹ 'ਤੇ ਅਮਲ ਨਹੀਂ ਕਰਦੇ, ਯਕੀਨ ਨਹੀਂ ਕਰਦੇ, ਉਹਨੂੰ ਚੰਗੀ ਤਰ੍ਹਾਂ ਸੁਣਦੇ ਨਹੀਂ, ਉਹ ਫਿਰ ਹਲਕੇ ਹੋ ਜਾਂਦੇ ਹੈ। ਬਸ ਇਸੇ ਤਰ੍ਹਾਂ ਇਹ ਸ਼ਬਦ ਇੱਕ ਮੰਤਰ ਹੈ। ਹਰ ਬੰਦਾ ਜਿਹੜਾ ਵਾ ਉਹਨੂੰ ਲੋਭ ਦਾ ਹਲਕਾ ਚੜਿਆ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾਰੇ। ਇਹ ਲੋਭ ਰੂਪੀ ਕੁੱਤੇ ਨੇ ਸਾਰਿਆਂ ਨੂੰ ਵੱਢਿਆ ਹੋਇਆ ਹੈ। ਤੇ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਜਿਹੜਾ ਹੈ, ਇਹ ਜਿਹੜੇ ਤੇ ਇਹ 'ਤੇ ਅਮਲ ਕਰ ਲੈਂਦੇ, ਸੁਣ ਲੈਂਦੇ, ਉਹਨਾਂ 'ਤੇ ਇਹ ਲੋਭ ਰੂਪੀ ਹਲਕਾ ਅਸਰ ਨਹੀਂ ਕਰਦਾ। ਤੇ ਜਿਹੜੇ ਬਸ ਮੱਥਾ ਟੇਕਣ ਤੱਕ ਹੀ ਸੀਮਤ ਹੈ, ਸੁਣਿਆ ਨਹੀਂ, ਪੱਲੇ ਕੁਝ ਵੀ ਨਹੀਂ ਪਿਆ, ਇਹ ਹਲਕਾ ਫਿਰ ਉਹਨਾਂ 'ਤੇ ਅਸਰ ਕਰ ਜਾਂਦਾ ਹੈ। ਫਿਰ ਉਹ ਨਹੀਂ ਕਿਸੇ ਨੂੰ ਬਖਸ਼ਦੇ। ਫਿਰ ਉਹ ਹਲਕਾ ਐਸਾ ਏ, ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੂਹੇ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ ਬੰਦੇ ਦਾ ਕਦੇ ਵਸਾ ਨਾ ਕਰੋ, ਅੰਤ ਨੂੰ ਇਹੋ ਜਿਹੀ ਜਗ੍ਹਾ ਤੇ ਮਾਰੇਗਾ ਜਿੱਥੇ ਬੰਦਾ ਹੱਥ ਪਾ ਕੇ ਵੀ ਬਚਨ ਜੋਗਾ ਨਹੀਂ ਰਹਿੰਦਾ। ਇਸ ਲਈ ਸਾਹਿਬ ਜੀ ਕਿਰਪਾ ਕਰਦੇ ਨੇ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਐ ਮੇਰੇ ਮਨ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ, ਉਸ ਮਾਲਕ ਨੂੰ ਧਿਆਉਣਾ ਕਰ, ਉਹਨੂੰ ਯਾਦ ਦੇ ਵਿੱਚ ਰੱਖ। ਈਤ ਊਤ ਨਹੀਂ ਵਿਛੋੜੈ, ਸੋ ਸੰਗੀ ਗਣੀ ਹੈ। ਈਤ ਇਸ ਲੋਕ ਦੇ ਵਿੱਚ ਤੇ ਊਤ ਪਰਲੋਕ ਦੇ ਵਿੱਚ। ਉਹ ਇੱਥੇ ਵੀ ਸਹਾਇਤਾ ਕਰਦਾ ਹੈ ਗੁਰੂ ਦਾ ਸ਼ਬਦ, ਤੇ ਅੱਗੇ ਪਰਲੋਕ ਵਿੱਚ ਵੀ ਸਹਾਇਤਾ ਕਰਦਾ ਹੈ। ਇੱਥੇ ਵੀ ਸਾਡੀ ਉਹ ਬਾਂਹ ਫੜਦਾ ਹੈ ਗੁਰੂ ਦੇ ਸ਼ਬਦ ਦੇ ਦੁਆਰਾ। ਇੱਥੇ ਵੀ ਜਿਹੜੀ ਸਾਡੀ ਜ਼ਿੰਦਗੀ ਜਿਹੜੀ ਸਫਲ ਹੁੰਦੀ ਹੈ। ਤੇ ਜਦੋਂ ਇਹ ਘਰ ਛੱਡ ਕੇ ਅਗਲੇ ਘਰ ਜਾਣਾ ਹੈ, ਕਿਉਂਕਿ ਪੇਵਕੜੇ ਦਿਨ ਚਾਰ ਹੈ, ਸਹੁਰੜੇ ਜਾਣਾ। ਪਈਅੜੇ ਸਹੁ ਸੇਬ ਤੋਂ, ਸਹੁਰੜੇ ਸੁਖ ਵਸ, ਗੁਰਮਿਲ ਚੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਇਹ ਸਾਡਾ ਪੇਕਾ ਘਰ ਹੈ। ਤੇ ਜਿਵੇਂ ਇੱਕ ਬੱਚੀ ਜਿਹੜੀ ਹੈ ਪੇਕੇ ਘਰ ਵਿੱਚ ਰਹਿ ਕੇ ਮਾਂ ਦੇ ਕੋਲੋਂ ਸਾਰਾ ਕੰਮ ਸਿੱਖ ਲੈਂਦੀ ਹੈ, ਫਿਰ ਉਹ ਜਦੋਂ ਸਹੁਰੇ ਘਰ ਜਾਂਦੀ ਹੈ ਤੇ ਉਹਦੀ ਇੱਜ਼ਤ ਬਣਦੀ ਹੈ ਵੀ ਇਹ ਬੱਚੀ ਬੜੀ ਸਿਆਣੀ ਹੈ, ਇਹਨੇ ਸਾਰਾ ਕੰਮ ਸਿੱਖਿਆ। ਤੇ ਜਿਹੜੀ ਸਾਰੀ ਜ਼ਿੰਦਗੀ ਵਿਹਲੀ ਰਹੀ ਹੋਵੇ, ਪੇਕਿਆਂ ਦੇ ਘਰ ਵਿੱਚ ਐਸ਼ ਕੀਤੀ ਹੋਵੇ, ਕੋਈ ਚੀਜ਼ ਬਣਾਉਣੀ ਨਾ ਆਉਂਦੀ ਹੋਵੇ, ਜਦੋਂ ਸਹੁਰੇ ਘਰ ਵਿੱਚ ਜਾਂਦੀ ਹੈ ਤੇ ਸੱਸ ਕਹਿੰਦੀ ਪੁੱਤ ਫਲਾਨੀ ਚੀਜ਼ ਬਣਾ ਲਿਆ, ਤੇ ਜਦੋਂ ਫਿਰ ਉਹ ਨਹੀਂ ਬਣਦੀ ਤੇ ਕਹਿੰਦੀ ਕਚੱਜੀ ਪੱਲੇ ਪੈ ਗਈ ਹੈ, ਇਹਨੂੰ ਚੱਜ ਕੋਈ ਨਹੀਂ, ਇਹਨੇ ਕੁਝ ਨਹੀਂ ਸਿੱਖਿਆ ਆਪਣੀ ਮਾਂ-ਬਾਪ ਦੇ ਕੋਲੋਂ। ਇਸੇ ਤਰ੍ਹਾਂ ਇਹ ਸੰਸਾਰ ਸਾਡਾ ਪੇਕਾ ਘਰ ਹੈ। ਤੇ ਗੁਰੂ ਸਾਹਿਬ ਕਹਿੰਦੇ ਪੇਵਕੜੇ ਦਿਨ ਚਾਰ ਹੈ, ਸਹੁਰੜੇ ਜਾਣਾ। ਪਈਅੜੇ ਸਹੁ ਸੇਬ ਤੋਂ, ਸਹੁਰੜੇ ਸੁਖ ਵਸ, ਗੁਰਮਿਲ ਚੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਗੁਰੂ ਦੇ ਕੋਲ ਆ ਕੇ ਜ਼ਿੰਦਗੀ ਦੇ ਚੱਜ ਸਿੱਖ, ਜ਼ਿੰਦਗੀ ਜਿਉਣੀ ਕਿਵੇਂ ਹੈ, ਗੁਰੂ ਦੇ ਕੋਲੋਂ ਆ ਕੇ ਗੁਣ ਸਿੱਖ। ਜਦੋਂ ਚੰਗੇ ਗੁਣ ਸਿੱਖੇਗਾ, ਜਦੋਂ ਸਹੁਰੇ ਘਰ ਵਿੱਚ ਜਾਵੇਗਾ, ਉੱਥੇ ਇੱਜ਼ਤ ਮਿਲੇਗੀ, ਉੱਥੇ ਮਾਣ ਮਿਲੇਗਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹੈ, ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ, ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਅੱਖ ਫਰਕਣ ਦੇ ਸਮੇਂ ਦੇ ਅੰਦਰ ਜਿਹੜਾ ਸੁੱਖ ਖਤਮ ਹੋ ਜਾਵੇ। ਹੁਣ ਆਪਾਂ ਕਹਾਂਗੇ ਉਹ ਸੁੱਖ ਕਿਹੜਾ ਜਿਹੜਾ ਏਡੀ ਛੇਤੀ ਥੋੜ੍ਹਾ ਖਤਮ ਹੁੰਦਾ ਹੈ, ਬਸ ਸਾਹ ਨਿਕਲਣ ਦੀ ਦੇਰ ਹੈ। ਜਿਹੜੀਆਂ ਸੁੱਖ ਸਹੂਲਤਾਂ ਸੀ ਸਾਰੀਆਂ ਬਗਾਨੀਆਂ ਹੋ ਗਈਆਂ। ਕੋਠੀ ਬੜੀ ਰੀਝ ਨਾਲ ਪਾਈ ਸੀ, ਬੜੀ ਮਿਹਨਤ ਕੀਤੀ ਸੀ, ਪਰ ਸਾਹ ਨਿਕਲਦੀ ਦੇਰ ਹੈ, ਬਗਾਨੀ ਹੋ ਗਈ, ਕੋਈ ਸੁੱਖ ਨਹੀਂ ਦਿੱਤਾ ਉਹਨੇ ਅੰਤ ਵੇਲੇ। ਲੀੜੇ ਕੱਪੜੇ ਬੜੀ ਰੀਝ ਦੇ ਨਾਲ ਬਾਜ਼ਾਰੋਂ ਬਣਾ ਕੇ ਲਿਆਂਦੇ ਸੀ, ਲੰਬਾਰੀ ਦੇ ਵਿੱਚ ਬੜੇ ਸਜਾ ਕੇ ਰੱਖੇ ਨੇ, ਪਰ ਸਾਹ ਨਿਕਲਣ ਦੀ ਦੇਰ ਹੈ।
ਸਾਰਾ ਕੁਝ ਨਾਲ ਹੀ ਖਤਮ ਹੋ ਗਿਆ। ਉਹ ਲੰਬਾਰੀ 'ਚ ਹੀ ਪਏ ਰਹੇ, ਉਹਨਾਂ ਨੇ ਕੋਈ ਇੱਜ਼ਤ ਨਹੀਂ ਬਣਾਈ। ਫਿਰ ਉਹ ਉੱਥੇ ਪਏ ਰਹੇ। ਉਹਨਾਂ ਦੀ ਬੁਨਿਆਦ ਹੈਗੀ ਹੈ, ਬੰਦੇ ਦੀ ਬੁਨਿਆਦ ਕੋਈ ਨਹੀਂ। ਪੈਸੇ ਹੀਰਾ ਫੇਰੀ ਕਰਕੇ, ਠੱਗੀਆਂ ਮਾਰ ਕੇ ਬੈਂਕ ਬੈਲੈਂਸ ਬਣਾਇਆ ਸੀ, ਇਕੱਠਾ ਕੀਤਾ ਸੀ, ਸਾਹ ਨਿਕਲਣ ਦੀ ਦੇਰ ਹੈ, ਸਾਰਾ ਕੁਝ ਬੇਗਾਨਾ ਹੋ ਗਿਆ। ਸਾਡੇ ਪਿੰਡ ਦੀ ਗੱਲ ਹੈ, ਥੋੜ੍ਹੇ ਦਿਨਾਂ ਦੀ, ਪਰਸੋਂ ਚੌਥ ਦੀ। ਇੱਕ ਬੱਚੀ ਉਹ ਪਰਿਵਾਰ ਨੇ ਬੜੀ ਰੀਝ ਨਾਲ ਪੜ੍ਹਾਈ, ਤੇ ਹੁਣ ਉਹਨੇ ਕੋਈ ਵਿਦੇਸ਼ੀ ਕੋਰਸ ਕੀਤਾ, ਤੇ ਬਾਹਰ ਦੀ ਅਮਰੀਕਾ ਦੀ ਕੰਪਨੀ ਨੇ ਉਹਨੂੰ ਸਿਲੈਕਟ ਕੀਤਾ, ਤੇ ਉੱਥੋਂ ਹੀ ਉਹਨਾਂ ਨੇ ਸਾਰੀ ਟਿਕਟ, ਸਾਰਾ ਕੁਝ, ਉਹਨਾਂ ਦਾ ਖਰਚਾ, ਇੱਥੋਂ ਹੀ ਸਾਰਾ ਕੁਝ ਉਹਨਾਂ ਨੇ ਖੜਨਾ ਸੀ। ਤੇ ਘਰੇ ਕਿਤੇ ਸਫਾਈ ਕਰਨ ਲੱਗੀ ਤੇ ਇਨਵੇਟਰ ਦੀ ਤਾਰ ਦੇ ਨਾਲ ਮਾੜਾ ਜਿਹਾ ਹੱਥ ਲੱਗ ਗਿਆ ਤੇ ਪਟਾਕਾ ਪੈ ਗਿਆ ਉੱਥੇ। ਭਾਵ ਕਹਿਣ ਦਾ, ਪਰਿਵਾਰ ਨੇ ਬੜੀ ਸਿੱਦਤ ਦੇ ਨਾਲ ਪੜ੍ਹਾਇਆ, ਪੂਰਾ ਖਰਚਾ ਲਾਇਆ ਵੀ ਸਾਡੀ ਧੀ ਬੜੀ ਹੋਣਹਾਰ ਹੈ, ਪੂਰੀ ਮਿਹਨਤ ਲਾਈ ਵੀ ਬੱਚੀ ਚੰਗੀ ਤਰ੍ਹਾਂ ਪੜ੍ਹ ਜਾਵੇ। ਉਹਨਾਂ ਨੇ, ਉਹਦੇ ਬਾਪ ਨੇ ਕੋਈ ਕਸਰ ਨਹੀਂ ਛੱਡੀ ਵੀ ਜੇ ਧੀ ਪੜ੍ਹਦੀ ਹੈ ਤੇ ਕੋਈ ਗੱਲ ਨਹੀਂ, ਖਰਚੇ ਦੀ ਪਰਵਾਹ ਨਹੀਂ ਕਰਨੀ। ਤੇ ਉਹ ਧੀ ਨੇ ਵੀ ਬੜਾ ਪੜ੍ਹਾਈ ਕੀਤੀ, ਪਰ ਜਦੋਂ ਸੁੱਖ ਦੇਣ ਦਾ ਟਾਈਮ ਸੀ, 1 ਮਿੰਟ ਹੀ ਲੱਗਾ ਬਸ, ਉਸੇ ਵੇਲੇ ਖਤਮ ਹੋ ਗਿਆ ਸਾਰਾ ਕੁਝ। ਭਾਵ ਕਹਿਣ ਦਾ, ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ, ਬਿਨ ਸਜਾਏ ਜੋ ਨਿਮਖ ਮੈਂ, ਅੱਖ ਫਰਕਣ ਜਿੰਨਾ ਸਮਾਂ ਹੀ ਲੱਗਦਾ ਹੈ, ਬਸ ਇੰਨਾ ਕੀ। ਸੋ ਅਲਪ ਸੁਖ ਭਣੀਐ, ਮਹਾਰਾਜ ਕਹਿੰਦੇ ਅੱਖ ਫਰਕਦਿਆਂ ਹੀ, ਫਰਕਣ ਜਿੰਨੇ ਸਮੇਂ ਦੇ ਅੰਦਰ ਜਿਹੜੇ ਸੁੱਖ ਖਤਮ ਹੋ ਗਏ, ਉਹਨਾਂ ਨੂੰ ਹੋਸ਼ੇ ਸੁੱਖ ਕਹਿੰਦੇ। ਇਹੋ ਜਿਹੇ ਸੁੱਖਾਂ ਨਾਲ ਜੁੜਨ ਦਾ ਯਤਨ ਨਾ ਕਰ। ਜੇ ਇਹੋ ਜਿਹੇ ਸੁੱਖਾਂ ਨਾਲ ਜੁੜੇਗਾ ਨਾ, ਤੇ ਦੁੱਖ ਵੀ ਓਨਾ ਹੀ ਜ਼ਿਆਦਾ ਹੋਵੇਗਾ ਜਦੋਂ ਉਹਦਾ ਤੋਂ ਵਿਛੋੜਾ ਪੈਂਦਾ ਹੈ। ਜਿੰਨਾ ਸੰਸਾਰ ਨਾਲ ਜੁੜੇਗਾ, ਜਿੰਨਾ ਪਰਿਵਾਰ ਨਾਲ ਜੁੜੇਗਾ, ਜਿੰਨਾ ਪਰਿਵਾਰ ਨਾਲ ਨੇਹੋਂ ਪਾਵੇਗਾ, ਜਦੋਂ ਇਹਨਾਂ ਤੋਂ ਵਿਛੋੜਾ ਪੈਣਾ, ਉਹਨਾਂ ਦੁੱਖ ਵੀ ਹੋਣਾ ਹੈ। ਹਜ਼ੂਰ ਨੇ ਤੇ ਇੱਥੋਂ ਤੱਕ ਕਿਹਾ ਹੈ ਕਿ ਬੰਦਾ ਮਾਇਆ ਨੂੰ ਨਾ, ਧਨ ਦੌਲਤ ਨੂੰ, ਆਪਣੇ ਪਰਿਵਾਰ ਨਾਲੋਂ, ਆਪਣੇ ਟੱਬਰ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ। ਮਾਇਆ ਨੂੰ ਹਮੇਸ਼ਾ ਆਪਣੇ ਸੀਨੇ ਨਾਲ ਲਾ ਕੇ ਰੱਖਦਾ ਹੈ ਬੰਦਾ, ਹਰ ਵਕਤ ਮਾਇਆ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖੇਗਾ, ਮਾਇਆ ਦੀਆਂ ਗੱਲਾਂ ਕਰੇਗਾ, ਮਾਇਆ ਨੂੰ ਦੇਖੇਗਾ, ਤੇ ਜਦੋਂ ਵੱਧਦੀ ਹੈ ਤੇ ਖੁਸ਼ ਵੀ ਹੁੰਦਾ ਹੈ। ਪਰ ਹਜ਼ੂਰ ਨੇ ਕਿਹਾ, ਜਿਹਨੂੰ ਹਰ ਵਕਤ ਸੀਨੇ ਨਾਲ ਲਾ ਕੇ ਰੱਖਦਾ ਹੈ ਨਾ, ਖਸਮ ਮਰੇ ਤਉ ਨਾਰ ਨਾ ਰੂਵੈ, ਉਸ ਰਖਵਾਰਾ ਅਵਰੋ ਹੋਵੇ। ਇੱਥੇ ਖਸਮ ਕਿਹਾ ਹੈ ਜੀਵ ਨੂੰ, ਤੇ ਨਾਰ ਕਿਹਾ ਹੈ ਮਾਇਆ ਨੂੰ। ਕਹਿੰਦੇ ਮਾਇਆ ਨੂੰ ਜਿਹਨੂੰ ਖਸਮ ਬਣ ਬਣ ਕੇ ਸੰਭਾਲਦਾ ਸੀ ਨਾ, ਜਦੋਂ ਖਸਮ ਮਰ ਗਿਆ, ਜੀਵ ਆਤਮਾ ਵਿੱਚੋਂ ਨਿਕਲ ਗਈ, ਤੇ ਉਹ ਕਦੀ ਰੋਂਦੀ ਨਹੀਂ ਗਈ। ਸਿਕੰਦਰ ਬਾਦਸ਼ਾਹ ਬੜਾ ਦੁਨੀਆ ਨੂੰ ਤੇ ਉਹਨੇ ਕਬਜ਼ੇ ਕੀਤੇ, ਬੜੀਆਂ ਜ਼ਮੀਨਾਂ ਜਾਇਦਾਦਾਂ ਮੱਲੀਆਂ, ਉਹਨੇ ਵੱਡੇ ਵੱਡੇ ਰਾਜ ਘਰਾਣੇ ਜਿਹੜੇ ਸੀ ਉਹਨਾਂ ਨੂੰ ਲੁੱਟਿਆ, ਵੱਡੇ ਵੱਡੇ ਮੰਦਰ ਜਿਹੜੇ ਸੀ ਉਹਨਾਂ ਤੋਂ ਧਨ ਦੌਲਤ ਲੁੱਟ ਕੇ ਢੇਰ ਲਾ ਲਿਆ। ਜਦੋਂ ਆਖਰੀ ਸਮਾਂ ਆਇਆ, ਹਕੀਮਾਂ ਨੇ ਜਵਾਬ ਦੇ ਦਿੱਤਾ, ਧੀਆਂ ਪੁੱਤਰਾਂ ਨੇ ਸਾਰਿਆਂ ਨੇ ਸਿਰ ਨੀਵੇਂ ਕਰ ਲਏ ਵੀ ਹੁਣ ਇਸ ਮੌਤ ਤੋਂ ਤੈਨੂੰ ਅਸੀਂ ਕੋਈ ਨਹੀਂ ਬਚਾ ਸਕਦੇ। ਤੇ ਇੱਕ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਬੜੀ ਸੋਹਣੀ ਗੱਲ ਲਿਖੀ ਹੈ, ਕਹਿੰਦਾ ਹੀਰੇ ਮੋਤੀ ਮਾਇਆ ਧਨ ਦੌਲਤ ਸੋਨਾ ਜਿੰਨਾ ਮੈਂ ਲੁੱਟ ਕੇ ਲਿਆਇਆ ਹੈ ਨਾ, ਮੇਰੇ ਸਾਹਮਣੇ ਢੇਰ ਲਾ ਦਿਓ। ਕਹਿੰਦੇ ਬਹੁਤ ਵੱਡਾ ਢੇਰ ਲੱਗ ਗਿਆ। ਸਿਕੰਦਰ ਨੇ ਉਹ ਸੋਨੇ ਦੀਆਂ ਮੋਹਰਾਂ ਇੱਕ ਹੱਥ ਵਿੱਚ ਫੜੀਆਂ, ਇੱਕ ਹੱਥ ਵਿੱਚ ਹੀਰੇ ਪਕੜੇ, ਉੱਪਰ ਨੂੰ ਸੁੱਟ ਕੇ ਕਹਿਣ ਲੱਗਾ, ਮਾਇਆ ਤੇਰੇ ਬਦਲੇ ਮੈਂ ਕਈਆਂ ਦੇ ਭਰਾਵਾਂ ਦੇ ਕਤਲ ਕੀਤੇ, ਕਈਆਂ ਦੇ ਸੁਹਾਗ ਉਜਾੜ ਦਿੱਤੇ, ਕਈਆਂ ਮਾਵਾਂ ਦੇ ਪੁੱਤਾਂ ਦੇ ਕਤਲ ਕਰ ਦਿੱਤੇ, ਮੈਂ ਲੱਖਾਂ ਕਤਲ ਕਰ ਦਿੱਤੇ ਤੈਨੂੰ ਸੰਭਾਲਣ ਵਾਸਤੇ। ਜੇ ਅੱਜ ਸਿਕੰਦਰ ਮਰ ਗਿਆ ਤੇ ਤੂੰ ਵੀ ਰੁਲ ਜਾਵੇਂਗੀ। ਦੇਖ ਤੇਰੇ ਘੇਰੇ ਘੇਰੇ ਮੈਂ ਕਿੱਡੇ ਕਿੱਡੇ ਪਹਿਰੇ ਲਾਏ ਆ, ਤੈਨੂੰ ਮੈਂ ਸੰਭਾਲ ਕੇ ਰੱਖਿਆ ਹੈ। ਪ੍ਰਿੰਸੀਪਲ ਗੰਗਾ ਸਿੰਘ ਹੁਣੀ ਸ਼ਬਦ ਲਿਖਦੇ ਹੈ, ਕਹਿੰਦੇ ਉਸ ਵਕਤ ਜ਼ਰੂਰ ਉਸ ਮਾਇਆ ਦੇ ਵਿੱਚੋਂ ਉਹ ਲਫ਼ਜ਼ ਨਿਕਲੇ ਹੋਣਗੇ। ਠੀਕ ਹੈ, ਸਾਨੂੰ ਸਮਝ ਨਹੀਂ ਲੱਗਦੀ, ਆਪਾਂ ਕਹਿੰਦੇ ਮਾਇਆ ਬੋਲਦੀ ਥੋੜ੍ਹਾ ਹੈ, ਕਿਉਂਕਿ ਅਸੀਂ ਜਿਹੜੀ ਬੋਲੀ ਨਹੀਂ ਸਮਝ ਸਕਦੇ। ਕਈ ਵਾਰੀ ਗੁਰਬਾਣੀ ਸਾਨੂੰ ਉਹ ਬੋਲੀ ਸਮਝਾਉਂਦੀ ਹੈ, ਕੋਈ ਗੁਰਮੁਖ ਪਿਆਰੇ ਆਪਣੇ ਲਫ਼ਜ਼ਾਂ ਵਿੱਚ ਉਸ ਬੋਲੀ ਨੂੰ ਸਮਝਾਉਂਦੇ ਹੈ। ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਮਾਇਆ ਦੇ ਵਿੱਚੋਂ ਜ਼ਰੂਰ ਆਵਾਜ਼ ਆਈ ਹੋਵੇਗੀ ਕਿ ਸਿਕੰਦਰ ਬਾਦਸ਼ਾਹ, ਇਹ ਤੇਰੇ ਮਨ ਦਾ ਭੁਲੇਖਾ ਹੈ ਕਿ ਤੂੰ ਮਰ ਜਾਵੇਂਗਾ ਤੇ ਮੈਂ ਰੁਲ ਜਾਵਾਂਗੀ, ਮੈਂ ਮਿੱਟੀ ਵਿੱਚ ਮਿਲ ਜਾਵਾਂਗੀ। ਨਹੀਂ, ਤੇਰੇ ਮਰਨ ਦੀ ਦੇਰ ਹੈ, ਕਈ ਸਿਕੰਦਰ ਮੈਨੂੰ ਸੰਭਾਲਣ ਵਾਲੇ ਆ ਜਾਣੇ ਹੈ। ਬੰਦਾ ਇਹੀ ਕਹਿੰਦਾ ਹੈ ਨਾ,
ਮਰਨ ਤੋਂ ਬਾਅਦ ਉਸੇ ਵੇਲੇ ਵੰਡੀਆਂ ਪੈ ਜਾਂਦੀਆਂ, ਸੰਭਾਲਣ ਵਾਲੇ ਕਈ ਆ ਜਾਂਦੇ ਆ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਰਹਾਓ ਪ੍ਰਤਪਾਲੈ ਅਪਿਆਓ ਦੇ ਕਛ ਊਨ ਨਾ ਹੋਈ। ਉਹ ਭੋਜਨ ਦੇ ਕੇ ਸਮੇਂ ਸਮੇਂ ਦੇ ਨਾਲ ਸੰਭਾਲ ਕਰਦਾ ਏ। ਬਾਰ ਬਵਿਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕਉ ਦੇਨ। ਕਿੰਨੀ ਵਧੀਆ ਪਾਲਣਾ ਕਰਦਾ ਏ। ਕਹਿੰਦੇ ਜਬ ਦਾਂਤ ਨਹੀਂ ਤਬ ਦੂਧ ਦਿਓ। ਜਦੋਂ ਦੰਦ ਨਹੀਂ ਸੀ, ਖਾ ਨਹੀਂ ਸੀ ਸਕਦਾ ਕੁਝ, ਉਦੋਂ ਨੇ ਪਹਿਲਾਂ ਹੀ ਉਹਦੇ ਵਾਸਤੇ ਦੁੱਧ ਭੇਜ ਦਿੱਤਾ। ਜਬ ਦਾਂਤ ਨਹੀਂ ਤਬ ਦੂਧ ਦਿਓ, ਅਬ ਦਾਂਤ ਦੀਏ ਕਿਆ ਅੰਨ ਨਾ ਦਹਿ ਹੈ। ਕਹਿੰਦੇ ਜੇ ਉਹਨੇ ਦੰਦ ਦੇ ਦਿੱਤੇ ਆ ਤੇ ਕੀ ਭੋਜਨ ਨਹੀਂ ਦੇਵੇਗਾ? ਭੋਜਨ ਵੀ ਦੇਵੇਗਾ, ਕਿਉਂਕਿ ਉਹਨੂੰ ਫਿਕਰ ਹੈ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਰ ਰਿਜਕ ਆਗੇ ਕਰ ਧਰਿਆ। ਉਹ ਸਾਰਿਆਂ ਦੀ ਪਾਲਣਾ ਕਰਦਾ ਏ। ਪ੍ਰਤਪਾਲੈ ਅਪਿਆਓ ਦੇ ਕਛ ਊਨ ਨਾ ਹੋਈ। ਉਹਦੀ ਪਾਲਣਾ ਦੇ ਵਿੱਚ ਕੋਈ ਕਮੀ ਨਹੀਂ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਔਰ ਹਰ ਸਾਹ ਦੇ ਨਾਲ ਉਹ ਸੰਭਾਲ ਕਰਦਾ ਹੈ, ਕਿਉਂਕਿ ਉਹਦਾ ਮੁੱਢ ਕਦੀਮਾ ਦਾ ਸੁਭਾਅ ਏ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਹਰ ਸਾਹ ਦੇ ਨਾਲ ਇਹ ਸਾਹ ਨੂੰ ਸੰਭਾਲਣ ਵਾਲਾ ਹੀ ਕੋਈ। ਜਿਉ ਬੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ। ਇਹਨੂੰ ਥੰਮ ਦਿੱਤੀ ਉਹਨੇ। ਯਾਦ ਰੱਖਿਓ ਆਹ ਸਾਹ ਜਿਹੜੇ ਚੱਲਦੇ ਹੈ ਨਾ, ਇਹ ਉਹਦੀ ਕਿਰਪਾ ਨਾਲ ਹੀ ਚੱਲਦੇ ਹੈ। ਸਾਡਾ ਸਾਹ ਬਾਹਰ ਨਿਕਲਿਆ, ਇਹਨੂੰ ਪਰਤ ਕੇ ਕੋਈ ਸ਼ਕਤੀ ਅੰਦਰ ਭੇਜਦੀ ਹੈ। ਯਾਦ ਰੱਖਿਓ ਜਿਸ ਦਿਨ ਉਹ ਆਪਣਾ ਹੱਥ ਉਹਨੇ ਪਿੱਛੇ ਕਰ ਲਿਆ, ਸਾਡਾ ਬਾਹਰ ਨਿਕਲਿਆ ਹੋਇਆ ਸਵਾਸ ਪਰਤ ਕੇ ਵਾਪਸ ਅੰਦਰ ਨਹੀਂ ਆਵੇਗਾ, ਬੰਦਾ ਮਿੱਟੀ ਦੀ ਢੇਰੀ ਹੋ ਜਾਵੇਗਾ। ਇਸ ਲਈ ਉਹ ਹਰ ਸਾਹ ਦੇ ਨਾਲ ਸਾਡੀ ਸੰਭਾਲਣਾ ਕਰਦਾ ਏ। ਤੇ ਜਿਹੜਾ ਸਾਡੀ ਹਰ ਸਾਹ ਨਾਲ ਸੰਭਾਲਣਾ ਕਰਦਾ ਏ, ਅਸੀਂ ਉਹਨੂੰ ਠੱਗਣ ਨੂੰ ਫਿਰਦੇ ਹਾਂ, ਅਸੀਂ ਉਹਨੂੰ ਮਾੜੇ ਵੀ ਬੋਲਦੇ। ਸਾਹਿਬ ਕਹਿੰਦੇ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਂ ਕਾ ਰੂਪ। ਅਛਲ ਦਾ ਅਰਥ ਹੁੰਦਾ ਏ ਜਿਹਨੂੰ ਛਲਿਆ ਨਾ ਜਾਵੇ, ਉਹਨੂੰ ਛਲਿਆ ਨਹੀਂ ਜਾ ਸਕਦਾ। ਲੋਕਾਂ ਨੂੰ ਅਸੀਂ ਛਲ ਸਕਦੇ ਹਾਂ, ਲੋਕਾਂ ਨਾਲ ਅਸੀਂ ਠੱਗੀ ਮਾਰ ਸਕਦੇ ਹਾਂ, ਪਰ ਰੱਬ ਦੇ ਨਾਲ ਕੋਈ ਠੱਗੀ ਨਹੀਂ ਮਾਰੀ ਜਾ ਸਕਦੀ। ਰੱਬ ਦੇ ਨਾਂ ਤੇ ਠੱਗੀਆਂ ਵੱਜ ਸਕਦੀਆਂ। ਧਰਮੀ ਬਾਣਾ ਪਾ ਕੇ ਲੋਕਾਂ ਨੂੰ ਠੱਗਿਆ ਜਾ ਸਕਦਾ ਹੈ, ਪਰ ਯਾਦ ਰੱਖਿਓ ਰੱਬ ਨੂੰ ਨਹੀਂ ਕੋਈ ਠੱਗ ਸਕਦਾ। ਅਛਲ, ਉਹਨੂੰ ਛਲਿਆ ਨਹੀਂ ਜਾ ਸਕਦਾ। ਅਛੇਦ, ਉਹਨੂੰ ਵਿੰਨਿਆ ਨਹੀਂ ਜਾ ਸਕਦਾ। ਅਪਾਰ ਪ੍ਰਭ, ਉਹਦਾ ਪਾਰਲਾ ਬੰਨਾ ਨਹੀਂ ਪਾਇਆ ਜਾ ਸਕਦਾ। ਉੱਚਾ ਜਾਂ ਕਾ ਰੂਪ, ਜਿਹਦੀ ਹਸਤੀ ਸਭ ਤੋਂ ਉੱਚੀ ਹੈ, ਸਭ ਤੋਂ ਨਿਰਲੇਪ ਹੈ। ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ। ਉਹਦੇ ਸੇਵਕ ਜਿਹੜੇ ਹੈ, ਉਹਦੇ ਭਗਤ ਜਿਹੜੇ ਹੈ, ਉਹਨੂੰ ਜਪ ਕੇ, ਉਹਦਾ ਸਿਮਰਨ ਕਰਕੇ, ਉਹਨਾਂ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਉਹ ਆਤਮਿਕ ਆਨੰਦ ਦੀ ਪ੍ਰਾਪਤੀ ਕਰਦੇ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਉਸ ਪਰਮਾਤਮਾ ਦੇ ਹੈਰਾਨੀਜਨਕ ਕੌਤਕ ਨੇ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਹੁਣ ਮੰਗ ਕੀ ਮੰਗੀ ਅਖੀਰ ਤੇ, ਮਾਲਕ ਜੀ ਤੇਰੇ ਕੋਲ ਆਇਆ ਤੇ ਮੱਤ ਲੈਣ ਵਾਸਤੇ ਆਇਆ। ਕਿਹੜੀ ਮੱਤ ਲੈਣੀ? ਗੁਰ ਕੀ ਮੱਤ ਤੋਂ ਲੇਹੇ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ। ਸਾ ਮਤ ਦੇਹੋ ਦਇਆਲ ਪ੍ਰਭ, ਉਹ ਅਕਲ ਦੇ ਦਿਓ, ਉਹ ਮੱਤ ਦੇ ਦਿਓ ਜਿਤ ਤੁਮੈ ਅਰਾਧਾ। ਜਿਸ ਅਕਲ ਦੇ ਨਾਲ, ਜਿਸ ਮੱਤ ਦੇ ਨਾਲ ਤੈਨੂੰ ਯਾਦ ਦੇ ਵਿੱਚ ਰੱਖਾਂ, ਤੇਰੇ ਗੁਣ ਜਿਹੜੇ ਹੈ ਉਹਨਾਂ ਨੂੰ ਚੇਤੇ ਦੇ ਵਿੱਚ ਰੱਖਾਂ। ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਧਾਂ। ਤੇਰੇ ਦਰ ਤੇ ਆ ਕੇ ਇੱਕ ਦਾਨ ਮੰਗਦਾ ਹੈ। ਉਹ ਦਾਨ ਇਹ ਹੈ ਕਿ ਤੇਰੇ ਸਾਧੂ ਗੁਰਮੁਖਾਂ ਦੀ ਮੈਂ ਚਰਨ ਧੂੜੀ ਹੋ ਜਾਵਾਂ, ਭਾਵ ਕਿ ਮੇਰਾ ਮਨ ਉਹ ਨੀਵਾਂ ਹੋ ਜਾਵੇ। ਤੇਰੇ ਗੁਰਮੁਖਾਂ ਦੀ ਸ਼ਰਨ ਵਿੱਚ ਆ ਕੇ ਉਹਨਾਂ ਦੇ ਕੋਲੋਂ ਗਿਆਨ ਦੀ ਦਾਤ ਪ੍ਰਾਪਤ ਕਰ ਲਵਾਂ। ਗਿਆਨ ਦੇ ਦੁਆਰਾ ਮੇਰਾ ਮਨ ਜਿਹੜਾ ਵਾ ਉਹਨਾਂ ਦੀ ਰੇਨ, ਭਾਵ ਕਿ ਨਿਮਰਤਾ ਦੇ ਵਿੱਚ ਆ ਜਾਵੇ, ਸ਼ਾਂਤੀ ਦੇ ਵਿੱਚ ਆ ਜਾਵੇ। ਜਿਹੜਾ ਸਿੱਖ ਰੋਜ਼ਾਨਾ ਅਰਦਾਸ ਵਿੱਚ ਇਹ ਕਹਿੰਦਾ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ, ਉਹ ਮੇਰਾ ਮਨ ਨੀਵਾਂ ਹੋ ਜਾਵੇ। ਜਿਸ ਦਿਨ ਮਨ ਨੀਵਾਂ ਹੋ ਗਿਆ, ਯਾਦ ਰੱਖਿਓ ਮੱਤ ਆਪਣੇ ਆਪ ਉੱਚੀ ਹੋ ਜਾਵੇਗੀ। ਮੱਤ ਦੇ ਵਿੱਚ ਉਹ ਰੱਬੀ ਗੁਣ ਆ ਜਾਣਗੇ। ਹਾਲੇ ਮਨ ਉੱਚਾ ਹੈ, ਬਾਰਿਸ਼ ਤੇ ਹੁੰਦੀ ਹੈ, ਪਰ ਜਿਹੜੇ ਟਿੱਬੇ ਹੁੰਦੇ ਉੱਚੇ ਉੱਚੇ, ਜਿਹੜੇ ਜਗ੍ਹਾ ਹੁੰਦੀ ਉਹ ਖਾਲੀ ਰਹਿ ਜਾਂਦੀ ਹੈ। ਟੋਏ ਜਿਹੜੇ ਹੈ ਉਹ ਪਾਣੀ ਨਾਲ ਭਰ ਜਾਂਦੇ ਹੈ। ਇਸੇ ਤਰ੍ਹਾਂ ਮਨ ਹੰਕਾਰ ਦੇ ਨਾਲ ਉੱਚਾ ਹੈ,
ਗੁਰੂ ਦੀ ਕਿਰਪਾ ਦੀ ਵਰਸ਼ਾ ਤੇ ਹਮੇਸ਼ਾ ਹੁੰਦੀ ਹੈ, ਪਰ ਜਿਹੜੇ ਛੋਟੇ ਟੋਏ ਹੁੰਦੇ ਆ, ਜਿਨ੍ਹਾਂ ਦੇ ਵਿੱਚ ਨਿਮਰਤਾ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਸ਼ਰਧਾ ਹੁੰਦੀ ਹੈ, ਉਹ ਤੇ ਭਰ ਜਾਂਦੇ ਆ। ਜਿਹੜਾ ਮਨ ਹੰਕਾਰਿਆ ਹੋਇਆ ਉੱਚੇ ਪਹਾੜ ਦੀ ਤਰ੍ਹਾਂ ਹੈ, ਉਹ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਗੁਰੂ ਕਿਰਪਾ ਕਰੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋ ਨਾਮਦਨ ਗੁਰ ਸਿੱਖੀ ਵਾਲੇ ਜੀਵਨ ਬਖਸ਼ਣ, ਜਿਸ ਸਦਕਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।